हाँ जी, सब तो पहला तो ਤੁਹਾਡਾ ਵੈਲਕਮ ਹੈ ਜੀ ਆਪਣੇ ਨਿਊ ਚੈਨਲ AS ਅਕੈਡਮੀ 017 ਤੇ। ਮੇਰਾ ਨਾਮ ਹਰਕਮਲ ਹੈ ਐਂਡ ਆਈ ਐਮ ਯੂਰ ਪੋਲੀਟੀਕਲ ਟਿਊਟਰ। ਠੀਕ ਹੈ ਜੀ। ਸੋ ਅੱਜ ਤੋਂ ਆਪਾਂ ਪੋਲੀਟੀਕਲ ਸਾਇੰਸ ਕਰਨ ਜਾ ਰਹੇ ਹਾਂ। ਠੀਕ ਹੈ, ਸਟਾਰਟ ਪੋਲੀਟੀਕਲ ਸਾਇੰਸ। ਹਾਂਜੀ, ਤਾਂ ਪੋਲੀਟੀਕਲ ਸਾਇੰਸ ਦਾ ਜੋ ਵੀ ਆਪਣੇ ਪੰਜਾਬ ਦੇ ਐਗਜ਼ਾਮਸ ਹੁੰਦੇ ਆ ਉਹਦੇ ਵਿੱਚ ਕੀ ਬਹੁਤ ਹੀ ਮੇਜਰ ਰੋਲ ਪਲੇ ਕਰਦੀ ਹੈ। ਖਾਸ ਕਰਕੇ ਜਿਵੇਂ ਪੰਜਾਬ ਪੁਲਿਸ ਦੇ ਐਗਜ਼ਾਮਸ ਹੋਏ ਸੀਗੇ 2021 ਦੇ ਵਿੱਚ ਕੀ ਹੈ ਪੋਲੀਟੀਕਲ ਬਹੁਤ ਮਤਲਬ ਕਿ ਵੱਡਾ ਮਾਰਜਨ ਸੀਗਾ। ਠੀਕ ਹੈ, ਸੋ ਆਪਾਂ ਕੀ ਹੈ ਪੋਲੀਟੀਕਲ ਸਾਇੰਸ ਅੱਜ ਤੋਂ ਸਟਾਰਟ ਕਰਨ ਜਾ ਰਹੇ ਹਾਂ। ਠੀਕ ਹੈ ਜੀ। ਤੇ ਜਿਹੜੇ ਵੀ ਪੰਜਾਬ ਦੀ ਐਗਜ਼ਾਮਸ ਦੇ ਲਈ ਤਿਆਰੀ ਕਰ ਰਹੇ ਸਟੂਡੈਂਟਸ, ਠੀਕ ਹੈ, ਤਾਂ ਆਪਣੀ ਇਸ ਕਲਾਸ ਨੂੰ ਜ਼ਰੂਰ ਦੇਖਣਾ। ਠੀਕ ਹੈ ਜੀ। ਬਹੁਤ ਵਧੀਆ ਵਧੀਆ ਟ੍ਰਿਕਸ ਨਾਲ ਕਰਾਉਣ ਦੀ ਟਰਾਈ ਕਰਾਂਗੇ ਆਪਾਂ। ਠੀਕ ਹੈ ਜੀ। ਸੋ ਕਰਦੇ ਹਾਂ ਜੀ ਆਪਣੀ ਕਲਾਸ ਸਟਾਰਟ। ਠੀਕ ਹੈ ਜੀ। ਸੋ ਪੋਲੀਟੀਕਲ ਸਾਇੰਸ ਆਪਾਂ ਜੋ ਸਟਾਰਟ ਕਰਨ ਜਾ ਰਹੇ ਹਾਂ, ਪੋਲੀਟੀਕਲ ਸਾਇੰਸ ਦੇ ਵਿੱਚ ਬੇਸਿਕਲੀ ਜੀ ਕੀ ਹੈਗਾ ਕਿ ਕੌਨਸਟੀਟਿਊਸ਼ਨ ਬਾਰੇ ਹੈਗਾ ਸਾਰਾ। ਕੌਨਸਟੀਟਿਊਸ਼ਨ ਮਤਲਬ ਕਿ ਸੰਵਿਧਾਨ ਦੇ ਬਾਰੇ ਆ ਸਾਰਾ ਕੁਝ ਆਪਣਾ। ਠੀਕ ਹੈ ਜੀ। ਸੰਵਿਧਾਨ ਪੜ੍ਹਨਾ ਆਪਾਂ ਇੱਕ ਆਪਣਾ। ਠੀਕ ਹੈ ਜੀ। ਤਾਂ ਦੇਖੋ ਸੰਵਿਧਾਨ ਆਪਣਾ ਬਣ ਕੇ ਕਦੋਂ ਤਿਆਰ ਹੋ ਗਿਆ ਸੀਗਾ ਆਪਣਾ। ਸੰਵਿਧਾਨ ਆਪਣਾ ਬਣ ਕੇ ਤਿਆਰ ਹੋਇਆ ਸੀਗਾ ਜੀ 26 ਨਵੰਬਰ 1949 ਨੂੰ। ਠੀਕ ਹੈ। ਤੇ ਇੰਪਲੀਮੈਂਟ ਕਦੋਂ ਹੋਇਆ ਸੀਗਾ 26 ਜਨਵਰੀ 1950 ਨੂੰ ਕੀ ਆਪਣਾ ਸੰਵਿਧਾਨ ਲਾਗੂ ਹੋ ਗਿਆ ਸੀਗਾ। ਠੀਕ ਹੈ ਜੀ। ਜਦੋਂ ਆਪਣਾ ਸੰਵਿਧਾਨ ਬਣ ਕੇ ਲਾਗੂ ਹੋਇਆ ਸੀਗਾ ਤਾਂ ਇਹਦੇ ਵਿੱਚ ਕੀ ਹੈਗੇ ਭਾਗ ਸੀਗੇ। ਠੀਕ ਹੈ, ਜਿਹਨੂੰ ਆਪਾਂ ਇੰਗਲਿਸ਼ 'ਚ ਪਾਰਟਸ ਕਹਿ ਦਿੰਦੇ ਹਾਂ। ਆਪਣੇ ਕੀ ਇਹਦੇ 'ਚ ਕੀ ਹੈ 22 ਭਾਗ ਸੀਗੇ ਤੇ ਇਹਦੇ ਵਿੱਚ ਕੀ ਹੈ ਆਰਟੀਕਲ ਸੀਗੇ 395। ਠੀਕ ਹੈ ਜੀ। ਤੇ ਆਪਣੇ ਕੋਲ ਸੀਗੇ ਸ਼ੈਡਿਊਲਸ 8 ਸੀਗੇ ਪਹਿਲਾਂ ਆਪਣੇ ਕੋਲੇ। ਠੀਕ ਹੈ, ਜਿਹਨੂੰ ਤੁਸੀਂ ਅਨੁਸੂਚੀਆਂ ਵੀ ਕਹਿ ਦਿੰਦੇ ਪੰਜਾਬੀ ਦੇ ਵਿੱਚ। ਤੇ ਬਾਅਦ ਦੇ ਵਿੱਚ ਕੀ 4 ਹੋਰ ਐਡ ਹੋ ਗਈਆਂ ਸੀਗੀਆਂ। ਤਾਂ ਹੁਣ ਕੀ ਆਪਣੇ ਕੋਲੇ ਇਸ ਟਾਈਮ 12 ਅਨੁਸੂਚੀਆਂ ਵਿਚ ਇਜ਼ ਸ਼ੈਡਿਊਲਸ। ਠੀਕ ਹੈ, ਇਹ ਕੀ ਨੇ ਆਪਣੇ ਕੋਲ ਅੱਜ ਦੇ ਪੋਲੀਟੀਕਲ ਦੇ ਵਿੱਚ ਨੇ, ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਨੇ। ਠੀਕ ਹੈ ਜੀ। ਸੋ ਆਪਾਂ ਕੀ ਹੈਗਾ ਅੱਜ ਤੋਂ ਸਟਾਰਟ ਕਰਨ ਜਾ ਰਹੇ ਹਾਂ। ਠੀਕ ਹੈ, ਅੱਜ ਆਪਣੀ ਫਸਟ ਕਲਾਸ ਹੈਗੀ। ਸੋ ਆਪਾਂ ਇੱਕ ਬੇਸਿਕ ਜਿਹਾ ਟੌਪਿਕ ਹੈ, ਠੀਕ ਹੈ, ਜੋ ਕਿ ਬਹੁਤ ਜ਼ਿਆਦਾ ਐਗਜ਼ਾਮਸ ਦੇ ਵਿੱਚ ਆਉਂਦਾ, ਆਪਾਂ ਉਹ ਕਰਨ ਜਾ ਰਹੇ ਹਾਂਗੇ। ਠੀਕ ਹੈ ਜੀ। ਸੋ ਆਪਣਾ ਟੌਪਿਕ ਦਾ ਨਾਮ ਹੈ ਜੀ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ। ਠੀਕ ਹੈ ਜੀ। ਪੰਜਾਬੀ ਦੇ ਵਿੱਚ ਇਹਨੂੰ ਮੌਲਿਕ ਅਧਿਕਾਰ ਕਹਿੰਦੇ ਆਪਾਂ। ਠੀਕ ਹੈ ਜੀ। ਇਹ ਕੀ ਹੈ ਸੰਵਿਧਾਨ ਦੇ ਪਾਰਟ 3 ਭਾਗ 3 ਦੇ ਵਿੱਚ ਆਉਂਦਾ ਗਾ। ਤੇ ਇਹ ਕੀ ਹੈ ਫੰਡਾਮੈਂਟਲ ਰਾਈਟਸ ਕੀ ਨੇਗੇ ਆਪਾਂ ਅਮਰੀਕਾ ਤੋਂ ਲਏ ਗਏ ਨੇ। ਠੀਕ ਹੈ ਜੀ, ਅਮਰੀਕਾ ਤੋਂ। ਠੀਕ ਹੈ ਜੀ, ਅਮਰੀਕਾ ਤੋਂ ਲਏ ਗਏ ਨੇ। ਐਂਡ ਇਹ ਆਪਣੀ ਕਲਾਸ ਕੀ ਹੈਗਾ ਕਿ ਬਾਈਲੈਂਗੁਅਲ ਰਹੂਗੀ ਪੰਜਾਬੀ ਤੇ ਇੰਗਲਿਸ਼ ਦੇ ਵਿੱਚ। ਠੀਕ ਹੈ ਜੀ। ਸੋ ਠੀਕ ਹੈ ਜੀ, ਜੇ ਕੋਈ ਤੁਹਾਨੂੰ ਡਾਊਟ ਲੱਗਦਾ ਗਾ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋਗੇ। ਠੀਕ ਹੈ, ਸੋ ਆਪਾਂ ਅਗਲੀ ਕਲਾਸ ਦੇ ਵਿੱਚ ਹੋਰ ਇੰਪਰੂਵ ਕਰਾਂਗੇ। ਠੀਕ ਹੈ ਜੀ। ਸੋ ਫੰਡਾਮੈਂਟਲ ਰਾਈਟਸ ਹੈ ਜੀ ਭਾਗ ਤੀਜਾ। ਇਹ ਕਿੱਥੋਂ ਲੈ ਗਏ ਆਪਾਂ ਅਮਰੀਕਾ ਤੋਂ ਲੈ ਗਏ ਨੇਗੇ। ਬਹੁਤ ਸਾਰੇ ਇਹੋ ਜਿਹੇ ਭਾਗ ਨੇਗੇ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਜਿਹੜੇ ਕੀ ਆਪਾਂ ਕਿਸੇ ਹੋਰ ਕੰਟਰੀ ਤੋਂ ਲਏ ਨੇਗੇ। ਠੀਕ ਹੈ ਜੀ। ਸੋ ਦੇਖੋ ਚੰਗੀ ਚੀਜ਼ਾਂ ਨੇਗੀਆਂ, ਆਪਾਂ ਉਹ ਅਪਣਾਈਆਂ ਨੇਗੀਆਂ ਦੂਜੇ ਦੇਸ਼ਾਂ ਦੀਆਂ ਆਪਣੇ ਸੰਵਿਧਾਨ ਦੇ ਵਿੱਚ। ਠੀਕ ਹੈ ਜੀ। ਸੋ ਇਹ ਕੀ ਆਪਾਂ ਅਮਰੀਕਾ ਤੋਂ ਲਿਆ ਗਿਆ ਹੈ ਆਪਣੇ ਕੋਲ। ਠੀਕ ਹੈ ਜੀ। ਸੋ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕੀ ਇਹ 12 ਤੋਂ ਲੈ ਕੇ 35 ਤੱਕ ਆਰਟੀਕਲਸ ਇਹਦੇ ਵਿੱਚ ਆਉਂਦੇ ਨੇਗੇ ਅੰਡਰ। ਠੀਕ ਹੈ ਜੀ। 12 ਤੋਂ ਲੈ ਕੇ 35 ਤੱਕ। ਠੀਕ ਹੈ ਜੀ। ਇਹਨੂੰ ਕੀ ਹੈਗਾ ਸੰਵਿਧਾਨ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ। ਸੰਵਿਧਾਨ ਦਾ ਮੈਗਨਾ ਕਾਰਟਾ ਕਿਹਾ ਜਾਂਦਾ ਹੈ ਫੰਡਾਮੈਂਟਲ ਰਾਈਟਸ ਨੂੰ। ਠੀਕ ਹੈ ਜੀ। ਤਾਂ ਕੀ ਹੈ ਹੁਣ ਆਪਾਂ ਸਟਾਰਟ ਕਰਨ ਜਾ ਰਹੇ ਹਾਂਗੇ ਆਪਣਾ ਇਹ ਟੌਪਿਕ। ਠੀਕ ਹੈ ਜੀ, ਫੰਡਾਮੈਂਟਲ ਰਾਈਟਸ। ਸੋ ਦੇਖੋ ਜੀ ਸਟਾਰਟਿੰਗ ਦੇ ਵਿੱਚ ਜਦੋਂ ਸੰਵਿਧਾਨ ਬਣਿਆ ਸੀਗਾ ਤਾਂ ਆਪਣੇ ਕੋਲ ਕੀ ਹੈ 7 ਫੰਡਾਮੈਂਟਲ ਰਾਈਟਸ ਸੀਗੇ, ਮੌਲਿਕ ਅਧਿਕਾਰ ਸੀਗੇ। ਪਰ ਕੀ ਹੈਗਾ 44ਵੀਂ ਸੋਧ ਹੋਈ ਸੀਗੀ 1978 ਦੇ ਵਿੱਚ, ਜਿਹਦੇ ਵਿੱਚ ਕੀ ਹੈਗਾ ਰਾਈਟ ਟੂ ਪ੍ਰੋਪਰਟੀ ਸੀਗਾ ਉਹ ਕੀ ਹੈਗਾ ਆਪਾਂ ਇੱਕ ਟ੍ਰਾਂਸਫਰ ਕਰਤਾ ਸੀਗਾ। ਮਤਲਬ ਕਿ ਹੁਣ ਆਪਣਾ ਲੀਗਲ ਰਾਈਟ ਰਹਿ ਗਿਆ। ਸੋ ਕੀ ਹੈਗਾ ਉਹਦੇ ਕਰਕੇ ਕੀ ਹੁਣ ਆਪਣੇ ਕੋਲੇ 6 ਫੰਡਾਮੈਂਟਲ ਰਾਈਟਸ ਰਹਿ ਗਏ। ਠੀਕ ਹੈ ਜੀ। ਜਿਹੜਾ ਉਹ ਇੱਕ ਸੀਗਾ ਕੀ ਆ ਉਹ 44th ਅਮੈਂਡਮੈਂਟ ਦੇ ਨਾਲ ਕੀ ਹੈ 300 ਏ ਦੇ ਵਿੱਚ ਚਲਾ ਗਿਆ। 300 ਏ ਦੇ ਵਿੱਚ ਚਲਾ ਗਿਆ, ਰਾਈਟ ਟੂ ਪ੍ਰੋਪਰਟੀ ਸੀਗਾ। ਠੀਕ ਹੈ ਜੀ। ਸੋ ਹੁਣ ਜਿਹੜੇ ਆਪਣੇ ਕੋਲ 6 ਨੇਗੇ ਇਹਨਾਂ ਨੂੰ ਆਪਾਂ ਕਰਦੇ ਹਾਂ ਅੱਗੇ ਡਿਗਰੀ। ਹਾਂਜੀ, ਤਾਂ ਦੇਖੋ ਕੀ ਹੈ ਆਪਣੇ ਕੋਲੇ ਪਹਿਲਾਂ ਤਾਂ ਆ ਗਏ 12 ਤੇ 13 ਆਰਟੀਕਲਸ। ਠੀਕ ਹੈ ਜੀ। ਹੁਣ 12 13 ਆਰਟੀਕਲਸ ਕੀ ਨੇਗੇ ਕੋਈ ਇਹਦੇ ਮੇਨ ਆਰਟੀਕਲਸ ਨੇਗੇ। ਇਹਦੇ ਵਿੱਚ ਕੀ ਹੈਗਾ ਕਿ ਡੈਫੀਨੇਸ਼ਨ ਦਿੱਤੀ ਗਈ ਹੈ ਸਟੇਟ ਦੀ। ਠੀਕ ਹੈ, ਤਾਂ ਐਗਜ਼ਾਮ ਦੇ ਵਿੱਚ ਕਦੇ ਵੀ ਨਹੀਂ ਪੁੱਛੇ ਗਏ ਹੈਗੇ, ਨਾ ਹੀ ਇਹ ਪੁੱਛੇ ਜਾਣ। ਠੀਕ ਹੈ, ਜਿਹੜੇ ਮੇਨ ਆਰਟੀਕਲਸ ਨੇ ਉਹ 14 ਤੋਂ ਲੈ ਕੇ 32 ਤੱਕ ਹੀ ਨੇਗੇ ਆਪਣੇ ਕੋਲ। ਠੀਕ ਹੈ, ਤਾਂ ਆਪਾਂ ਸਟਾਰਟ ਕਰਦੇ ਹਾਂ
ठीक है जी। तो देखो आप पहला की कर जा रहे हैं, पहला अपना मौलिक अधिकार 6 चों पहला मौलिक अधिकार आप करन जा रहे हैं, पहला जिहदा नाम है समानता दा अधिकार। समानता देखो जी, नाम तो ही क्लीयर हो रहा है कि समानता की गल की जा रही है, इक्वैलिटी की गल की जा रही है। ठीक है, तो इंग्लिश वालों के लिए लिख देना मैं इक्वैलिटी, राइट टू इक्वैलिटी। ठीक है जी। तो देखो कि ये आर्टिकल आते हैं 14 तो लैके 18 तक। ठीक है, सो आप करते हैं पहला 14वां आर्टिकल। ठीक है, सो 14वें आर्टिकल की होंदा गा कि हैगा सारे जिहड़ा मतलब कि कानून है वो सारे दे लिए बराबर आ। किवें आपां कह सकते हैं? ठीक है, हाँ जी, तो सारे के लिए की है कानून बराबर हैगा। ठीक है, ये नहीं हैगा भी कोई गरीब है कोई अमीर है, ठीक है, या कोई मतलब आदमी है या औरत है। ठीक है, तो सारे के लिए की कानून बराबर हैगा। ठीक है, सारे एको जिहे हक प्रोवाइड किए गए हैं। ठीक है, वही एप्लीकेबल ने सारे ते। 15 आर्टिकल के बारे। ठीक है जी, हम 15 आर्टिकल की है कि लिंग, जात पात, ठीक है, ਜਾਂ ਆਪਾਂ कह सकते हैं कि कोई धर्म या कोई नस्ल। ठीक है, ये आधार पर की है डिस्क्रिमीनेशन नहीं है। ठीक है, प्रोहिबिशन लगी हुई है कि मतलब कि है कोई जात पात सारे की सारे के लिए रूल्स की ने इक्वली एप्लीकेबल होंगे ने। ठीक है जी, उदों बाद आ जाता अपने को 16 आर्टिकल। ठीक है, 16 की है कि सरकारी नौकरियां विच समानता, नौकरियां विच समानता। ये की है कि सारे के लिए समानता हैगी। हम जो कोई अगर वैकेंसियां आउंदियां नेगियां गवर्नमेंट जॉब के कि सारे की कैटेगरीज वाले इक्वली एप्लीकेबल होंगे ने। ठीक है जी, थोड़ा जिहा ये अपवाद है कि SC ST के लिए की थोड़ा जिहा आरक्षण वगैरह प्रोवाइड किया गया, जो कि नैसेसरी भी सीगा कि जो अपना कंट्री आज़ाद होयागा। बट की उस बाद की गवर्नमेंट्स का होर इंप्लीमेंट कर दी गई उस चीज़ को। ठीक है, चलो आप उस पर गल नहीं करते, तो आप अगे चलते हैं। ठीक है जी, सो समानता है मतलब सरकारी नौकरियों के। उस बाद अपने को है 17 आर्टिकल जिहदे की है कि छूआछूत बारे गल की जा रही है। छूआ छूत मतलब अनटचेबिलिटी इंग्लिश वालों लिए। ठीक है, सो अनटचेबिलिटी की है, पहला की होंदा सीगा कि अंग्रेज़ों ने अपने मन के की है इदां दा करता सीगा माइंड के जिहड़े मतलब गोरे रंग होंदा वो की है बेस्ट होंगे ने, जिन्हों का रंग काला होंदा वो की है वधिया नहीं होंगे। तो की है कि मतलब कि परहेज़ करते थे लोग भी, जो कोई काला बंदा नाल बह गया तो असीं की मैले हो गए, ਜਾਂ मतलब थोड़ी जी सोच लोगों की बेकार हो गई सी। बट की है हुण अपने कॉन्स्टिट्यूशन के लिखा गया कि यह जा कुछ भी नहीं गा। ठीक है, कोई भी अगर भेदभाव करता है यह जा, तो कि वो उपर की एक एक्शन लिया जाऊगा, स्ट्रिक्ट एक्शन ले जाएंगे वो उपर। ठीक है, तो अज की है अनटचेबिलिटी की है अबॉलिश किया गया। ठीक है, सो इंग्लिश वाला लिए है कि अबॉलिशमेंट ऑफ अनटचेबिलिटीज। ठीक है, सो हाँ जी, नैक्सट आ गया अपने को 18वां आर्टिकल। ठीक है, 18वें की है कि आप अबॉलिशमेंट ऑफ टाइटल्स। टाइटल्स होंगे जिमें आप कहिए कि अपने उपाधियां। ठीक है, सन्मान। ठीक है, उपाधियां कह लो तुसी, ਜਾਂ ਤੁਸੀਂ सन्मान कह लो, उपाधियां का अंत किया गया। ठीक है जी, ठीक है, मतलब उपाधियां का अंत किहड़ियां किया गया? उपाधियां का ਜਿਹੜੀਆਂ ਉਪਾਧੀਆਂ ਕੀ ਆਪਾਂ ਨੂੰ ਬਾਹਰੋਂ ਮਿਲਦੀਆਂ ਨਹੀਂ ਹੈ ਉਹਤੇ ਪਰ ਆਪਣਾ ਬੰਦਿਸ਼ ਲਗਾਈ ਗਈ ਹੈ। ਹੁਣ ਜੀ ਮੰਨ ਲਓ ਕਿਸੇ ਬੰਦੇ ਨੂੰ ਕੋਈ ਅਵਾਰਡ ਦੇ ਰਿਹਾ, ਕੋਈ ਅਮਰੀਕਾ ਆਸਟ੍ਰੇਲੀਆ ਜਾਂ ਕੋਈ ਬਾਹਰਲਾ ਦੇਸ਼ ਦੇ ਰਿਹਾ, ਤਾਂ ਕੀ ਹੈਗਾ ਉਹ ਕੀ ਆਪਾਂ ਆਪਣਾ ਇੰਡੀਆ ਨੂੰ ਕੀ ਉਹਨੂੰ ਰਿਸੀਵ ਨਹੀਂ ਕਰ ਸਕਦਾਗਾ। ਇਹ ਆਪਣਾ ਅਗਰ ਜੋ ਇੰਡੀਅਨ ਇੱਥੇ ਰਹਿ ਰਿਹਾ ਹੈਗਾ, ਅਗਰ ਉਹਨੇ ਕੀ ਆ ਉਹ ਅਵਾਰਡ ਨੂੰ ਰਿਸੀਵ ਕਰਨਾ ਤਾਂ ਉਹਨੂੰ ਕੀ ਆ ਪ੍ਰੈਜ਼ੀਡੈਂਟ ਸਾਹਿਬ ਦੀ परमिशन ਲੈਣੀ ਪਊਗੀ। अगर वो परमिशन दे देंगे तो ठीक है, अदरवाइज की वो अवार्ड रिसीव नहीं कर सकता। उदू ठीक है, अपने इंडिया की है अवार्ड्स चलाए गए ने उन्होंने एबोलिश करके, जिमें कि भारत रत्न ਜਾਂ इदा के आर्मी की है सेना के लिए चलाए गए है, वो की है अपन रिसीव हो सकते हैं। ठीक है जी, तो बाहरों अगर कोई अवार्ड लैना आप तो वो की है प्रैजिडेंट साहब की, ठीक है, परमिशन तो ही मिलता आपको। तो हाँ जी, सो ठीक है, ये अपना समानता का अधिकार, इक्वैलिटी, राइट टू इक्वैलिटी। तो पहला की है कानून सारे के लिए बराबर है। ठीक है, इक्वैलिटी बिफोर लॉ। ठीक है, मीनस सारे के लिए कानून बराबर ने। लिंग जात पात, ठीक है,
मतलब नस्ल, ठीक है, इक्वैलिटी ये सारे ਦੇ ਲਈ ਇੱਕੋ ਹੀ ਨੇਗੇ, ਠੀਕ ਹੈ। ਤਾਂ ਜੇਕਰ ਇੰਗਲਿਸ਼ ਦੀ ਵੀ ਜੇ ਗੱਲ ਕਰੀ ਤਾਂ ਪ੍ਰੋਹੀਬਿਸ਼ਨ ਔਨ ਦਾ ਬੇਸਿਸ ਆਫ ਕਾਸਟ ਰਿਲੀਜੀਅਸ, ਠੀਕ ਹੈ। ਓਕੇ, ਸੋ 16th ਓਪਰਚੁਨਿਟੀ ਹੈਗੀ, ਠੀਕ ਹੈ, ਜੌਬਸ ਜਿਹੜੀ ਮਿਲਦੇ ਨੇ ਗਵਰਨਮੈਂਟ ਸੈਕਟਰ 'ਚ, ਤਾਂ ਉਹਦੇ ਲਈ ਬਰਾਬਰਤਾ ਤੇ ਛੂਆਛੂਤ, ਅਨਟੱਚੇਬਿਲਿਟੀ ਤੇ ਉਪਾਧੀਆਂ ਦਾ ਅੰਤ ਕੀਤਾ ਗਿਆ, ਠੀਕ ਹੈ ਜੀ। ਸੋ ਇਹ ਸੀਗਾ, ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ, ਫਿਰ ਆਪਾਂ ਅੱਗੇ ਕਰਦੇ ਹਾਂ, ਠੀਕ ਹੈ ਜੀ। ਉਦੋਂ ਬਾਅਦ ਹੈ ਜੀ, ਜੇ ਆਪਾਂ ਗੱਲ ਕਰੀਏ ਸੈਕਿੰਡ ਨੰਬਰ ਦਾ ਆਪਣਾ ਮੌਲਿਕ ਅਧਿਕਾਰ ਹੈਗਾ, ਠੀਕ ਹੈ, ਸੁਤੰਤਰ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਠੀਕ ਹੈ। ਇੰਗਲਿਸ਼ ਦੇ ਵਿੱਚ ਲਿਖ ਦਿੰਦਾ ਮੈਂ ਰਾਈਟ ਟੂ ਫਰੀडम, ਠੀਕ ਹੈ ਜੀ। ਇਹਦੇ ਵਿੱਚ ਆ ਜਾਂਦੇ ਨੇਗੇ 19 ਤੋਂ ਲੈ ਕੇ 22 ਆਰਟੀਕਲਸ, ਠੀਕ ਹੈ ਜੀ। ਤਾਂ ਦੇਖੋ ਇਹਦੇ ਵਿੱਚ ਕੀ ਚੀਜ਼ ਹੈਗੀ ਕਿ ਆਪਣੇ ਕੋਲੇ ਫਰੀडम ਹੈਗੀ, ਆਪਣੇ ਕੋਲੇ ਆਜ਼ਾਦੀ ਹੈ। ਕਿਸ ਚੀਜ਼ ਦੀ ਆਜ਼ਾਦੀ ਹੈਗੀ? ਤਾਂ 19 ਆਰਟੀਕਲ ਦੇ ਜਿਵੇਂ ਸਬ ਟਾਈਪਸ ਨੇਗੇ, ਤਾਂ ਆਪਾਂ ਉਹਨੂੰ ਕਰਦੇ ਹਾਂ। ਜਿਵੇਂ 19 ਦੇ ਸਬ ਟਾਈਟਲਸ ਨੇਗੇ ABCD, ਤਾਂ 19A ਦੇ ਵਿੱਚ ਕੀ ਕਹਿੰਦੇ ਨੇਗੇ ਕਿ ਆਪਾਂ ਨੇ ਕੋਲੇ ਰਾਈਟ ਹੈਗਾ ਆਪਦੇ ਵਿਚਾਰ ਪ੍ਰਗਟ ਕਰਨ ਦਾ। ਹਾਂਜੀ, ਵਿਚਾਰ ਕਿਵੇਂ ਪ੍ਰਗਟ ਕਰਨਾ? ਮੰਨ ਲਓ ਆਪਣੇ ਕੋਈ ਵਿਚਾਰ ਨੇਗੇ, ਤਾਂ ਆਪਾਂ ਕਿਸੇ ਸਾਹਮਣੇ ਰੱਖ ਸਕਦੇ ਹਾਂਗੇ, ਠੀਕ ਹੈ। ਤਾਂ ਵਿਚਾਰ ਰੱਖਣ ਦੀ ਆਜ਼ਾਦੀ, ਠੀਕ ਹੈ, ਵਿਚਾਰਾਂ ਦੀ ਆਜ਼ਾਦੀ। ਹੁਣ ਵਿਚਾਰ ਕਿਵੇਂ ਹੋਣਗੇ? ਆਪਾਂ ਇਹਦੇ 'ਚ ਕੀ ਪ੍ਰੈਸ ਦਾ ਵੀ ਯੂਜ਼ ਕਰ ਸਕਦੇ ਹਾਂ, ਜਿਵੇਂ, ਠੀਕ ਹੈ, ਮੀਡੀਆ ਵਗੈਰਾ ਦਾ, ਠੀਕ ਹੈ, ਪ੍ਰੈਸ ਦਾ ਯੂਜ਼ ਕਰ ਸਕਦੇ ਹਾਂਗੇ ਆਪਾਂ, ਠੀਕ ਹੈ। 19A ਆਰਟੀਕਲ ਦੇ ਵਿੱਚ ਹੈ, ਠੀਕ ਹੈ, ਪ੍ਰੈਸ ਦੀ ਵਰਤੋਂ ਕਰ ਸਕਦੇ ਹਾਂ ਆਪਾਂ, ਠੀਕ ਹੈ। ਇਸ ਤੋਂ ਬਾਅਦ ਆਪਾਂ ਆਪਣੇ ਕੋਲ ਇੱਕ ਹੋਰ ਰਾਈਟ ਹੈਗਾ RTI, ਠੀਕ ਹੈ, ਰਾਈਟ ਟੂ ਇਨਫੋਰਮੇਸ਼ਨ ਐਕਟ। ਇਹ ਕੀ ਹੈਗਾ ਆਪਣਾ 2005 ਦੇ ਵਿੱਚ ਆਇਆ ਸੀਗਾ, ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਹੈਗਾ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਕਦੋਂ ਆਇਆ ਸੀਗਾ? ਤਾਂ 2005 ਦੇ ਵਿੱਚ ਆਇਆ ਸੀਗਾ, ਤੇ ਉਸ ਟਾਈਮ ਤੇ ਆਪਣੇ ਪ੍ਰੈਜ਼ੀਡੈਂਟ ਕਿਹੜੇ ਸੀਗੇ? APJ ਅਬਦੁਲ ਕਲਾਮ ਸੀਗੇ। ਹਾਂਜੀ, ਤਾਂ 19B ਆਰਟੀਕਲ ਦੇ ਵਿੱਚ ਕੀ ਹੈਗਾ ਕਿ ਆਪਾਂ ਬਿਨਾਂ, ਠੀਕ ਹੈ ਜੀ, ਬਿਨਾਂ ਹਥਿਆਰ ਤੋਂ ਕਿਤੇ ਵੀ ਜਾ ਸਕਦੇ ਹਾਂ, ਕਿਤੇ ਵੀ ਆ ਜਾ ਸਕਦੇ ਹਾਂ, ਠੀਕ ਹੈ, ਜਾਂ ਆਪਾਂ ਕਿਤੇ ਵੀ ਗਰੁੱਪ ਦੇ ਵਿੱਚ ਖੜ ਸਕਦੇ ਹਾਂ, ਠੀਕ ਹੈ। ਤਾਂ ਉਹ ਚੀਜ਼ ਹੈਗੀ ਆ, ਠੀਕ ਹੈ। C ਦੇ ਵਿੱਚ ਕੀ ਆ ਜਾਂਦਾ? ਆਪਾਂ ਸੰਘ ਵਗੈਰਾ ਬਣਾ ਸਕਦੇ, ਜਿਵੇਂ ਗਰੁੱਪ ਵਗੈਰਾ ਹੋ ਗਏ, ਠੀਕ ਹੈ। ਤਾਂ ਆਪਣੇ ਕੋਲ ਕੀ ਹੈ? ਗਰੁੱਪ ਬਣਾਉਣ ਦੀ ਆਜ਼ਾਦੀ ਹੈ। ਗਰੁੱਪ ਇਹ ਨਹੀਂ ਵੀ WhatsApp ਦੇ ਗਰੁੱਪ, ਜਿਵੇਂ ਮਤਲਬ ਆਪਾਂ ਕਹਿ ਸਕਦੇ ਹੈਗੇ ਕਿ ਵੀ ਆਪਾਂ 4 ਬੰਦੇ ਗਰੁੱਪ ਬਣਾ ਸਕਦੇ ਹੈਗੇ, ਠੀਕ ਹੈ, ਉਹ ਚੀਜ਼ ਹੈਗੀ, ਠੀਕ ਹੈ। ਆਪਾਂ ਆਪਦੇ ਅਲੱਗ ਤੋਂ ਪਾਰਟੀ ਬਣਾ ਸਕਦੇ ਹਾਂ, ਠੀਕ ਹੈ, ਗਰੁੱਪ, ਉਹ ਚੀਜ਼ ਹੋਗੀ, ਠੀਕ ਹੈ। ਤਾਂ ਗਰੁੱਪ ਜਾਂ ਸੰਘ, ਜਿਵੇਂ ਹਿੰਦੀ ਦੇ ਵਰਡ ਹੈ ਸੰਘ, ਸੰਘ ਮਤਲਬ ਕਿ ਗਰੁੱਪਸ ਹੋ ਗਏ, ਠੀਕ ਹੈ। ਸੰਘ ਦੀ ਆਜ਼ਾਦੀ ਹੈ ਆਪਣੇ ਕੋਲੇ। ਉਦੋਂ ਬਾਅਦ ਆਪਣੇ ਕੋਲ ਹੈਗਾ ਡੀ ਦੇ ਵਿੱਚ ਕੀ ਹੈਗਾ ਕਿ ਆਪਾਂ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਜਾ ਸਕਦੇ ਹਾਂ, ਘੁੰਮ ਫਿਰ ਸਕਦੇ ਹਾਂ, ਆਉਣ ਜਾਣ ਕਰ ਸਕਦੇ ਹਾਂ, ਠੀਕ ਹੈ ਜੀ। ਤਾਂ ਆਪਣੇ ਕੋਲੇ ਆਜ਼ਾਦੀ ਹੈ, ਠੀਕ ਹੈ ਜੀ, ਆਉਣ ਜਾਣ ਕਹਿ ਸਕਦੇ ਹੋ ਤੁਸੀਂ, ਠੀਕ ਹੈ, ਜਾਂ ਤੁਸੀਂ ਕਹਿ ਸਕਦੇ ਹੋ ਘੁੰਮਣ ਦੀ ਆਜ਼ਾਦੀ ਹੈ ਆਪਾਂ ਨੂੰ, ਠੀਕ ਹੈ, ਆਲ ਓਵਰ ਇੰਡੀਆ ਦੇ ਵਿੱਚ। ਉਦੋਂ ਬਾਅਦ ਆ ਗਿਆ ਆਪਣੇ ਕੋਲ 19E ਆਰਟੀਕਲ ਕੀ ਕਹਿੰਦਾ ਹੈਗਾ ਕਿ ਆਪਣੇ ਕੋਲੇ ਨਿਵਾਸ ਦੀ ਆਜ਼ਾਦੀ ਹੈ, ਨਿਵਾਸ ਦੀ ਆਜ਼ਾਦੀ। ਨਿਵਾਸ ਦੀ ਆਜ਼ਾਦੀ ਕਿਵੇਂ? ਵੀ ਆਪਾਂ ਕੀ ਹੈ, ਕਿਸੇ ਵੀ ਸਟੇਟ ਦੇ ਵਿੱਚ ਰਹਿ ਸਕਦੇ ਹਾਂ, ਜਿਵੇਂ ਹਰਿਆਣਾ 'ਚ ਰਹਿਣਾ, ਤੁਸੀਂ ਹਰਿਆਣਾ 'ਚ ਰਹਿ ਸਕਦੇ ਹੋ, ਪੰਜਾਬ 'ਚ ਰਹਿਣਾ ਹੈ, ਲੁਧਿਆਣਾ ਰਹਿਣਾ ਹੈ, ਜਿਵੇਂ ਮਤਲਬ ਕਿ ਕਿਤੇ ਵੀ ਰਹਿ ਸਕਦੇ ਹੋ ਆਲ ਓਵਰ ਇੰਡੀਆ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਆਪਣੇ ਕੋਲੇ ਆਜ਼ਾਦੀ ਹੈ। ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਪੰਜਾਬ 'ਚ ਹੀ ਰਹਿਣਾ ਹੈ, ਜਾਂ ਆਪਾਂ ਹਰਿਆਣਾ 'ਚ ਰਹਿਣਾ, ਜਾਂ ਰਾਜਸਥਾਨ 'ਚ ਰਹਿਣਾ, ਠੀਕ ਹੈ। 19F ਕੀ ਹੈਗਾ? ਇਹ ਰਿਮੂਵ ਕਰ ਦਿੱਤਾ ਗਿਆ ਸੀਗਾ, ਸੋ ਇਹ ਹੁਣ ਹੈ ਨਹੀਂਗਾ ਆਪਣੇ ਕੋਲੇ। ਇਹ ਕੀ ਹੈਗਾ? 44th ਅਮੈਂਡਮੈਂਟ ਨਾਲ ਚੇਂਜ ਹੋ ਗਿਆ ਸੀਗਾ। ਉਦੋਂ ਬਾਅਦ ਆ ਗਿਆ ਆਪਣੇ ਕੋਲੇ ਜੀ। ਹਾਂਜੀ, ਜਿਹਦੇ ਵਿੱਚ ਕੀ ਹੈਗਾ ਕਿ ਆਪਾਂ ਚਾਹੇ ਕੋਈ ਨੌਕਰੀ ਕਰੀਏ, ਚਾਹੇ ਸਰਕਾਰੀ ਕਰੋ, ਚਾਹੇ ਪ੍ਰਾਈਵੇਟ, ਠੀਕ ਹੈ, ਜਾਂ ਕੋਈ ਆਪਦਾ ਬਿਜ਼ਨਸ ਵਗੈਰਾ ਕਰਨਾ, ਠੀਕ ਹੈ, ਵਪਾਰ, ਠੀਕ ਹੈ, ਆਪਾਂ ਆਪਦਾ ਕੋਈ ਵਪਾਰ ਕਰ ਸਕਦੇ ਹਾਂਗੇ, ਠੀਕ ਹੈ, ਜਾਂ ਕੋਈ ਹੋਰ ਕੰਮ ਧੰਦਾ ਕਰ ਸਕਦੇ ਹਾਂ, ਉਹਦੀ ਆਜ਼ਾਦੀ ਹੈ ਆਪਣੇ ਕੋਲ, ਠੀਕ ਹੈ। ਤਾਂ ਇਹ ਸੀਗਾ ਇਹਦੇ 'ਚ। ਸੋ ਇਹ ਸੀਗਾ ਜੀ ਆਪਣੇ ਕੋਲੇ ਆਪਣਾ ਆਰਟੀਕਲ 19 ਸਾਰਾ। ਤਾਂ ਇੱਕ ਵਾਰੀ ਰਿਵੀਜ਼ਨ ਲੈ ਲੈਂਦੇ ਹਾਂ ਦੀ 19A ਕੀ ਕਹਿੰਦਾ ਹੈਗਾ ਕਿ ਆਪਣੇ ਕੋਲ ਵੀ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਕਿਸੇ ਵੀ, ਠੀਕ ਹੈ। ਇਹਦੇ 'ਚ ਪ੍ਰੈਸ ਨਾਲ ਆਪਾਂ ਯੂਜ਼ ਕਰ ਸਕਦੇ ਹਾਂ। RTA ਐਕਟ 2005 ਦੇ ਵਿੱਚ ਆਇਆ ਸੀਗਾ,
बी ਤੇ ਦੇਖੋ ਬਿਨਾ, ਠੀਕ ਹੈ, ਕੋਰਿਲੇਟ ਕਰਦਾ ਥੋੜਾ ਜਿਹਾ ਕਿ ਹਥਿਆਰ ਤੋਂ ਬਿਨਾਂ ਆਪਾਂ ਕਿਤੇ ਵੀ ਜਾ ਸਕਦੇ ਹਾਂ, ਘੁੰਮ ਫਿਰ ਸਕਦੇ ਹਾਂ, ਇਕੱਠੇ ਹੋ ਸਕਦੇ ਹੈਗੇ। ਸੀ ਕੀ ਹੈ, ਸੰਘ ਜਿਵੇਂ ਗਰੁੱਪ ਵਗੈਰਾ ਬਣਾ ਸਕਦੇ ਹੈਗੇ ਆਪਾਂ, ਠੀਕ ਹੈ। ਤੇ ਡੀ ਦੇ ਵਿੱਚ ਕੀ ਆਪਾਂ ਆਉਣ ਜਾਣ ਕਰ ਸਕਦੇ ਹੈਗੇ ਕਿਤੇ ਵੀ, ਠੀਕ ਹੈ, ਆਲ ਓਵਰ ਇੰਡੀਆ ਦੇ ਵਿੱਚ ਕੋਈ ਰੋਕ ਟੋਕ ਨਹੀਂ ਗੀ। ਈ ਦੇ ਵਿੱਚ ਕੀ ਨਿਵਾਸ ਦੀ ਆਜ਼ਾਦੀ। ਐਫ ਕੀ ਅਗਰ ਰਿਮੂਵ ਹੋ ਗਿਆ ਸੀ, ਤੇ ਜੀ ਦਾ ਮਤਲਬ ਜੀ ਚਾਹੇ ਤੁਹਾਡਾ ਵਪਾਰ ਕਰੋ, ਚਾਹੇ ਤੁਸੀਂ ਕੁਛ ਵੀ ਨਾ ਕਰੋ, ਠੀਕ ਹੈ, ਜਾਂ ਤੁਸੀਂ ਨੌਕਰੀ ਪ੍ਰਾਈਵੇਟ ਕਰੋ ਚਾਹੇ ਗਵਰਨਮੈਂਟ ਕਰੋ, ਤੁਹਾਡੇ ਤੇ ਡਿਪੈਂਡ ਕਰਦਾ ਹੈਗਾ, ਠੀਕ ਹੈ ਜੀ। ਸੋ ਇਹ ਸੀਗਾ ਆਪਣੇ ਕੋਲੇ ਸੁਤੰਤਰਤਾ ਦਾ ਅਧਿਕਾਰ ਦਾ 19th ਡਿਸਕ੍ਰਾਈਬ ਕੀਤਾ, ਠੀਕ ਹੈ ਜੀ। ਸੋ ਦੇਖੋ ਇਹ ਕੀ ਹੈਗਾ, ਕਈ ਵਾਰ ਕਿ ਇਹ ਆਪਣੇ ਕੋਲ ਰਾਈਟਸ ਹਮੇਸ਼ਾ ਨਹੀਂ ਰਹਿੰਦੇ, ਜਿਵੇਂ ਕੋਵਿਡ ਦੇ ਵਿੱਚ ਕੀ ਹੋਇਆ ਸੀਗਾ ਕਿ ਆਪਣੇ ਕੋਲ ਆਉਣ ਜਾਣ ਦੀ ਆਜ਼ਾਦੀ ਨਹੀਂ ਸੀਗੀ, ਤਾਂ ਤੁਸੀਂ ਉਦੋਂ ਐ ਨਹੀਂ ਕਹਿ ਸਕਦੇ ਕਿ ਸਾਨੂੰ ਆਉਣ ਜਾਣ ਦੀ ਆਜ਼ਾਦੀ ਸਾਡੀ ਹੋ ਲਈ ਗਈ ਸੀਗੀ, ਠੀਕ ਹੈ। ਐਕਸੈਪਸ਼ਨਲ ਕੇਸਿਸ ਦੇ ਵਿੱਚ ਹੁੰਦਾ ਹੈਗਾ ਕਿ ਮੰਨ ਲਓ ਦੇਸ਼ ਦੇ ਉੱਪਰ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਉਸ ਟਾਈਮ ਦੇ ਵਿੱਚ ਕੀ ਹੈਗਾ, ਦੇਸ਼ ਆਪਾਤਕਾਲੀਨ ਸਥਿਤੀ ਦੇ ਵਿੱਚ ਇਹੋ ਜਿਹਾ ਕੁਝ ਬੰਦ ਕਰ ਸਕਦਾ ਹੈਗਾ, ਠੀਕ ਹੈ। ਅਦਰਵਾਈਜ਼ ਆਪਣੇ ਕੋਲੇ ਸਾਰੇ ਆਪਣੇ ਰਾਈਟਸ ਫੰਡਾਮੈਂਟਲ ਹੁੰਦੇ ਨੇਗੇ, ਠੀਕ ਹੈ ਜੀ। ਅਗਰ ਆਪਣਾ ਇਹਦੇ ਨਾਲ ਕੀ ਹੈਗਾ ਕੋਈ ਵੀ ਖੋਂਦਾ ਆਪਣੇ ਤੋਂ, ਤਾਂ ਆਪਾਂ ਕਿ ਸਿੱਧਾ ਸੁਪਰੀਮ ਕੋਰਟ ਜਾ ਸਕਦੇ ਹੈਗੇ ਆਪਾਂ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲੇ ਰਾਈਟ ਟੂ ਫਰੀडम ਦੇ ਵਿੱਚ ਹੀ ਆ ਜਾਂਦਾ ਗਾ ਆਰਟੀਕਲ ਨੰਬਰ 20, ਆਰਟੀਕਲ ਨੰਬਰ 20, ਠੀਕ ਹੈ ਜੀ। ਹਾਂਜੀ, ਤਾਂ ਹੁਣ ਆਰਟੀਕਲ ਨੰਬਰ 20 ਦੇ ਵਿੱਚ ਕੀ ਚੀਜ਼ ਹੈਗੀ, ਠੀਕ ਹੈ, ਇਹਦੇ ਵਿੱਚ ਕੀ ਹੈਗਾ, ਅਪਰਾਧ ਬਾਰੇ ਹੈ, ਅਪਰਾਧੀ ਬਾਰੇ, ਠੀਕ ਹੈ, ਅਪਰਾਧ ਬਾਰੇ, ਠੀਕ ਹੈ, ਅਪਰਾਧ ਬਾਰੇ, ਠੀਕ ਹੈ, ਤੁਸੀਂ ਕਹਿ ਸਕਦੇ ਹੋਗੇ, ਠੀਕ ਹੈ। ਬਟ ਇਹਦੇ 'ਚ ਅਪਰਾਧ ਬਾਰੇ ਕੁਛ ਕੁ ਚੀਜ਼ਾਂ ਨਹੀਂ ਆ, ਠੀਕ ਹੈ। ਫੋਰ ਐਗਜ਼ਾਮਪਲ ਜਿਵੇਂ ਮੰਨ ਲਓ ਕਿਸੇ ਬੰਦੇ ਤੋਂ ਅਪਰਾਧ ਹੋ ਜਾਂਦਾ, ਠੀਕ ਹੈ, ਮਤਲਬ ਚੋਰੀ ਕੀਤੀ ਜਾਂ ਉਹਨੇ ਕੋਈ ਮਰਡਰ ਕਰਤਾ, ਕੋਈ ਇੱਦਾਂ ਦਾ ਅਪਰਾਧ ਹੋ ਗਿਆ ਉਸ ਪਰਸਨ ਤੋਂ, ਠੀਕ ਹੈ, ਤਾਂ ਉਹਦੇ ਲਈ ਕੰਡੀਸ਼ਨਸ ਨਹੀਂ ਹੈ ਕੁਛ ਅਪਰਾਧ ਦੇ, ਠੀਕ ਹੈ। ਥੋੜੀ ਮੋਟੀ ਉਹਨੂੰ ਕੀ ਰਿਲੈਕਸੇਸ਼ਨ ਮਿਲਦੀ ਹੈ ਇਹਦੇ 'ਚ, ਕਿਵੇਂ ਮਿਲਦੀ ਹੈਗੀ ਕਿ ਦੇਖੋ ਇੱਕ ਵਾਰੀ ਕੋਈ ਵੀ ਮੰਨ ਲਓ ਕਿ ਉਹਨੇ ਅਪਰਾਧ ਕੀਤਾ, ਤਾਂ ਇੱਕ ਅਪਰਾਧ ਕੀਤਾ, ਠੀਕ ਹੈ, ਤਾਂ ਉਹਨੂੰ ਇੱਕ ਵਾਰ ਹੀ ਸਜ਼ਾ ਮਿਲੂਗੀ। ਕਿਵੇਂ, ਮੰਨ ਲਓ ਜੇ ਕਿਸੇ ਬੰਦੇ ਨੇ ਚੋਰੀ ਕੀਤੀ ਆ, ਉਹਨੂੰ 6 ਮਹੀਨੇ ਦੀ ਸਜ਼ਾ ਹੋਊਗੀ, ਤਾਂ 6 ਮਹੀਨੇ ਦੀ ਸਜ਼ਾ ਹੋਊਗੀ, ਤਾਂ ਉਹਨੂੰ ਕੀ ਹੈ, ਪੁਲਿਸ ਉਹਨੂੰ ਦੁਬਾਰਾ 6 ਮਹੀਨੇ ਤੋਂ ਬਾਅਦ ਟਾਈਮ ਨਹੀਂ ਵਧਾ ਸਕਦੀ ਉਹਦਾ, ਮਤਲਬ 6 ਮਹੀਨੇ ਬਾਅਦ ਉਹਨੂੰ ਛੱਡਤਾ ਤੇ 5 ਦਿਨਾਂ ਬਾਅਦ ਫੇਰ ਚੱਕ ਲਿਆ ਵੀ ਤੂੰ ਚੋਰੀ ਕੀਤੀ ਸੀਗੀ, ਦੇਖੋ ਇੱਕ ਵਾਰੀ ਸਜ਼ਾ ਉਹ ਭੁਗਤ ਚੁੱਕੇਗਾ, ਤਾਂ ਦੁਬਾਰਾ ਕੀ ਉਹਨੂੰ ਸਜ਼ਾ ਨਹੀਂ ਮਿਲ ਸਕਦੀ, ਤਾਂ ਇਹ ਚੀਜ਼ ਹੈ। ਦੂਜੀ ਗੱਲ ਕੀ ਹੈ ਇਹਦੇ 'ਚ ਕੀ ਹੈਗਾ, ਪੁਰਾਣੇ ਸਮੇਂ ਦੇ ਅਕੋਰਡਿੰਗ ਹੀ, ਪੁਰਾਣੇ ਸਮੇਂ ਪੁਰਾਣੇ ਕਾਨੂੰਨ, ਸੌਰੀ ਆਪਾਂ ਕਹਿ ਸਕਦੇ ਨਾ, ਪੁਰਾਣੇ ਕਾਨੂੰਨ ਮੁਤਾਬਕ ਸਜ਼ਾ, ਮਤਲਬ ਪੁਰਾਣੇ ਸਮੇਂ ਦੇ ਮੁਤਾਬਕ ਹੀ, ਮੰਨ ਲਓ ਜਿਵੇਂ ਕਿਸੇ ਪਰਸਨ ਨੇ ਅਪਰਾਧ ਕੀਤਾ ਸੀਗਾ 2010 ਦੇ ਵਿੱਚ, ਚੋਰੀ ਕੀਤੀ ਸੀਗੀ, ਉਹ ਚੋਰੀ ਸਾਬਿਤ ਹੁਣ ਹੋਈ ਹੈ 2022 ਦੇ ਵਿੱਚ, ਮਤਲਬ ਕੋਰਟ ਕੇਸ ਚੱਲਦੇ ਗਏ ਜਾਂ ਕੋਈ ਹੋਰ ਅਪਰਾਧ ਸੀਗਾ, ਠੀਕ ਹੈ। ਮੰਨ ਲਓ ਜਿਵੇਂ ਚਲੋ ਆਪਾਂ ਮੰਨ ਲਓ ਵੀ ਇਹਨੇ ਮਰਡਰ ਕੀਤਾ ਸੀਗਾ, ਉਹ ਸਿੱਧ ਹੁਣ ਹੋਇਆਗਾ, ਠੀਕ ਹੈ, ਦੋਸ਼ ਵੀ ਉਹਨੂੰ ਪਤਾ ਲੱਗ ਗਿਆ ਵੀ ਹਾਂ ਕੋਰਟ ਨੇ ਆਰਡਰ ਦਿੱਤੇ ਵੀ ਹਾਂ ਇਹਨੇ ਮਰਡਰ ਕੀਤਾ ਸੀਗਾ। ਉਸ ਟਾਈਮ ਮੰਨ ਲਓ ਜੀ 10 ਸਾਲ ਦੀ ਸਜ਼ਾ ਸੀਗੀ, ਫੋਰ ਐਗਜ਼ਾਮਪਲ ਲੈ ਰਹੇ ਆਪਾਂ, ਮੰਨ ਲਓ ਉਸ ਟਾਈਮ ਕਿ ਮਰਡਰ ਦੀ ਸਜ਼ਾ 10 ਸਾਲ ਸੀਗੀ, ਹੁਣ ਉਹ ਸਜ਼ਾ ਮੰਨ ਲਓ ਜੀ 15 ਸਾਲ ਹੋ ਚੁੱਕੀ ਹੈ, ਤਾਂ ਉਹਨੂੰ ਇਹ ਨਹੀਂ ਵੀ 15 ਸਾਲ ਦੀ ਸਜ਼ਾ ਮਿਲੂਗੀ, ਉਹਨੂੰ 10 ਸਾਲ ਵਾਲੀ ਸਜ਼ਾ ਹੀ ਮਿਲਣੀ ਹੈ, ਕਿਉਂਕਿ ਅਪਰਾਧ ਜਿਹੜੇ ਟਾਈਮ ਤੇ ਅਪਰਾਧ ਕੀਤਾ ਸੀਗਾ ਉਸੇ ਟਾਈਮ ਦੀ ਕੀ ਹੈ ਸਜ਼ਾ ਦਿੱਤੀ ਜਾਂਦੀ ਹੈ, ਠੀਕ ਹੈ ਜੀ। ਸੋ ਇਹ ਸੀਗਾ ਇਹਦੇ 'ਚ, ਠੀਕ ਹੈ। ਤੀਜੀ ਗੱਲ ਇਹਦੇ 'ਚ ਕੀ ਹੈਗਾ, ਠੀਕ ਹੈ, ਆਪਣੇ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ। ਤਾਂ ਇਹਦੇ ਵਿੱਚ ਕੀ ਹੈਗਾ ਕਿ ਉਸ ਪਰਸਨ ਨੂੰ ਕੀ ਹੈਗਾ ਪੁਲਿਸ ਜਾਂ ਕੋਈ ਹੋਰ, ਠੀਕ ਹੈ, ਪਰਸਨ ਕੀ ਹੈ ਉਹਨੂੰ ਮਜਬੂਰ ਨਹੀਂ ਕਰ ਸਕਦਾ ਉਹਦੇ ਆਪਣੇ ਖਿਲਾਫ ਗਵਾਹੀ ਦੇਣ ਦੇ ਲਈ, ਠੀਕ ਹੈ। ਸੋ ਇਹ ਸੀਗਾ ਅਪਰਾਧ ਦੇ ਬਾਰੇ, ਠੀਕ ਹੈ। ਅਪਰਾਧ ਸਿੱਧ ਹੋ ਗਿਆ ਕਿਸੇ ਬੰਦੇ ਦਾ, ਤਾਂ ਉਹਦੇ ਕੋਲੇ ਉਹਦੇ ਕੋਲੇ ਕੀ ਹੈ ਫੰਡਾਮੈਂਟਲ ਰਾਈਟਸ ਨੇਗੇ, ਠੀਕ ਹੈ, ਵੀ ਆਪਦਾ ਇੱਕ ਵਾਰੀ ਸਜ਼ਾ ਮਿਲੂਗੀ ਉਹਨੂੰ, ਪੁਰਾਣੇ ਰੂਲ ਦੇ ਅਕੋਰਡਿੰਗਲੀ ਸਜ਼ਾ ਮਿਲੂਗੀ ਜੋ ਵੀ ਐਕਟ ਸੀਗਾ, ਤੇ ਕੀ ਹੈ ਗਵਾਹੀ ਦੇਣ ਲਈ ਮਜਬੂਰ ਉਹਨੂੰ ਨਹੀਂ ਕੀਤਾ ਜਾ ਸਕਦਾ, ਠੀਕ ਹੈ ਜੀ। ਇਹ ਸੀਗਾ, ਚਲੋ ਨੈਕਸਟ ਆਪਾਂ ਕਰਦੇ ਹਾਂ ਆਪਣਾ ਆਰਟੀਕਲ ਨੰਬਰ 22 ਸੌਰੀ 21, ਠੀਕ ਹੈ, ਆਰਟੀਕਲ ਨੰਬਰ 21। ਹਾਂਜੀ, ਤਾਂ ਹੁਣ 21 ਆਰਟੀਕਲ ਦੇ ਵਿੱਚ ਕੀ ਹੈਗਾ, ਠੀਕ ਹੈ, ਆਪਣੇ ਕੋਲ ਕੀ ਹੈਗਾ ਜੀਵਨ ਦਾ ਅਧਿਕਾਰ ਹੈ, ਜੀਵਨ ਦਾ ਅਧਿਕਾਰ। ਹੁਣ ਜੀਵਨ ਦਾ ਅਧਿਕਾਰ ਕਿਵੇਂ ਕਹਿ ਸਕਦੇ ਹਾਂ ਆਪਾਂ ਕਿ ਉਹਨੂੰ ਜਿਉਣ ਦਾ ਅਧਿਕਾਰ ਆ, ਠੀਕ ਹੈ। ਮੰਨ ਲਓ ਜੇ ਇੰਡੀਆ ਤੇ ਕੋਈ ਵੀ ਆਪੱਤੀ ਆ ਜਾਂਦੀ ਹੈਗੀ, ਮਤਲਬ ਕੋਈ ਬਿਮਾਰੀ ਫੈਲ ਜਾਂਦੀ ਹੈ ਜਾਂ ਕੋਈ ਹੋਰ, ਠੀਕ ਹੈ, ਤਾਂ ਕੀ ਆਪਣੇ ਤੋਂ ਉਹਦਾ ਜਿਉਣ ਦਾ ਅਧਿਕਾਰ ਨਹੀਂ ਖੋਇਆ ਜਾਊਗਾ,
ਜਿਵੇਂ ਕਾਫੀ ਕੰਟਰੀਜ਼ ਦੇ ਵਿੱਚ ਹੁੰਦਾ ਗਾ, ਠੀਕ ਹੈ। ਤਾਂ ਆਪਣੇ ਸੰਵਿਧਾਨ ਦੇ ਵਿੱਚ ਲਿਖਤ ਹੈ ਕਿ ਕੀ ਹੈਗਾ, ਆਪਾਂ ਨੂੰ ਜੋ ਵੀ ਕੰਡੀਸ਼ਨ ਹੋ ਜੇ, ਆਪਾਂ ਨੂੰ ਕੀ ਜਿਉਣ ਦਾ ਅਧਿਕਾਰ ਪਰਮਾਨੈਂਟਲੀ ਰਹੂਗਾ ਸਾਰੀ ਉਮਰ, ਠੀਕ ਹੈ। ਤੇ ਇੱਕ ਇਹਦੇ 'ਚ ਕੀ ਹੈਗਾ 21A ਐਡ ਕੀਤਾ ਗਿਆ ਨਿਊ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈਗਾ ਕਿ RTE ਐਡ ਕੀਤਾ ਗਿਆ, RTE, ਠੀਕ ਹੈ, ਵਿਚ ਇਜ਼ ਰਾਈਟ ਟੂ ਐਜੂਕੇਸ਼ਨ। ਮੀਨ ਟੂ ਸੇ ਕਿ ਆਪਣੇ ਕੋਲੇ ਐਜੂਕੇਸ਼ਨ ਦਾ ਰਾਈਟ ਹੈ, ਜਿਵੇਂ RTI ਸੀਗਾ, ਠੀਕ ਹੈ, ਉਦਾਂ ਹੀ ਕੀ ਹੈਗਾ RTE ਹੈ। ਮਤਲਬ ਕਿ ਕੀ ਹੈ, ਇਹਦੇ ਵਿੱਚ ਗਵਰਨਮੈਂਟ ਨੇ ਕੰਪਲਸਰੀ ਕਰਤਾ 1 ਤੋਂ 14 ਸਾਲ ਤੱਕ ਦੇ ਬੱਚੇ ਨੂੰ ਕੀ ਹੈ ਪੜ੍ਹਾਉਣਾ ਕੰਪਲਸਰੀ ਆ, ਠੀਕ ਹੈ। ਇਹ ਕੀ ਹੈਗਾ 86ਵੀਂ ਸੋਧ ਨਾਲ ਕੀਤਾ ਗਿਆ ਸੀਗਾ, 86ਵੀਂ ਸੋਧ ਕੀਤੀ ਗਈ ਸੀਗੀ ਆਪਣੇ ਸੰਵਿਧਾਨ ਦੇ ਵਿੱਚ 2002 ਦੇ ਵਿੱਚ, ਠੀਕ ਹੈ ਜੀ। ਜਿਹਦੇ ਵਿੱਚ ਕਿਹਾ ਗਿਆ ਸੀ ਮਾਂ-ਬਾਪ ਦੀ ਜ਼ਿੰਮੇਵਾਰੀ, ਪੇਰੈਂਟਸ ਦੀ ਜ਼ਿੰਮੇਵਾਰੀ ਬਣਾਈ ਗਈ ਸੀਗੀ ਕਿ ਬੱਚਿਆਂ ਨੂੰ ਪੜ੍ਹਾਉਣਾ ਦਾ ਫਰਜ਼ ਹੈ। ਬਟ ਕੀ ਹੈਗਾ ਹੁਣ ਗਵਰਨਮੈਂਟ ਨੇ ਸਟ੍ਰਿਕਟਲੀ ਲੈ ਲਿਆ ਇਸ ਨੂੰ, ਠੀਕ ਹੈ, ਵੀ ਕੀ ਫ੍ਰੀ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਊਗੀ 1 ਤੋਂ 14 ਸਾਲ ਦੇ ਬੱਚਿਆਂ ਨੂੰ, ਠੀਕ ਹੈ ਜੀ। ਕਿਸੇ ਵੀ ਸਕੂਲ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇਗੇ। ਤਾਂ ਇਹ ਚੀਜ਼ ਸੀ ਆਪਣਾ RTE ਐਕਟ ਲਿਆਂਦਾ ਗਿਆ ਸੀਗਾ, ਠੀਕ ਹੈ, 2009 ਦੇ ਵਿੱਚ ਆਇਆ ਸੀਗਾ ਤੇ 2010 ਦੇ ਵਿੱਚ ਕੀ ਹੈਗਾ ਇਹਨੂੰ ਇੰਪਲੀਮੈਂਟ ਕੀਤਾ ਗਿਆ ਸੀਗਾ। 2009 ਦਾ ਆਇਆ ਸੀਗਾ, ਠੀਕ। ਘੁਮਾ ਕੇ ਕੁਐਸਚਨ ਆਉਂਦਾ ਵੀ ਕਦੋਂ ਆਇਆ ਸੀਗਾ, ਤਾਂ 2009 ਦੇ ਵਿੱਚ ਆਇਆ ਸੀਗਾ। ਇੰਪਲੀਮੈਂਟ ਕਦੋਂ ਆਇਆ ਸੀ, 2010 ਦੇ ਵਿੱਚ ਇੰਪਲੀਮੈਂਟ ਹੋਇਆ ਸੀ RTE, ਠੀਕ ਹੈ ਜੀ। ਓਕੇ, ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਆਰਟੀਕਲ ਨੰਬਰ 22, ਆਰਟੀਕਲ ਨੰਬਰ 22, ਠੀਕ ਹੈ ਜੀ। ਇਹਦੇ ਵਿੱਚ ਕੀ ਹੈ ਚੀਜ਼ ਹੈਗੀ, ਠੀਕ ਹੈ। ਇਹਦੇ ਵਿੱਚ ਕੀ ਹੈਗਾ, ਮੰਨ ਲਓ ਕੋਈ ਬੰਦਾ ਅਪਰਾਧ ਕਰਨ ਜਾ ਰਿਹਾ ਸੀਗਾ, ਮਤਲਬ ਸ਼ੱਕ ਹੋ ਗਿਆ ਪੁਲਿਸ ਨੂੰ, ਉਹਨੂੰ ਪਹਿਲਾਂ ਹੀ ਕੀ ਹੈਗਾ ਦਬੋਚ ਲਿਆ ਗਿਆ, ਠੀਕ ਹੈ। ਤਾਂ ਉਹਦੇ ਵਿੱਚ ਹੈਗਾ, ਠੀਕ ਹੈ, ਇਹ ਕੀ ਹੈਗਾ ਅਰੈਸਟ ਬਾਰੇ ਹੈਗਾ, ਠੀਕ ਹੈ। ਕਿਸੇ ਵੀ ਬੰਦੇ ਨੂੰ ਅਰੈਸਟ ਕਰਨ ਦੇ ਰਿਲੇਟ ਕੀਤਾ ਗਿਆ, ਜਿਵੇਂ ਆਪਾਂ ਅਰੈਸਟ ਕਰਦੇ ਹਾਂ, ਠੀਕ ਹੈ ਨਾ, ਤੁਸੀਂ ਕਹਿ ਸਕਦੇ ਵੀ ਅਰੈਸਟ, ਠੀਕ ਹੈ, ਅਰੈਸਟ ਡਿਟੈਂਸ਼ਨ, ਠੀਕ ਹੈ। ਅਰੈਸਟ ਡਿਟੈਂਸ਼ਨ ਦੇ ਵਿੱਚ ਲਈ ਕੀਤਾ ਗਿਆ ਹੈਗਾ। ਤਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਇਹਦੇ 'ਚ ਵੀ ਕੰਡੀਸ਼ਨਾਂ ਨਹੀਂ ਆ। ਹੁਣ ਫੋਰ ਐਗਜ਼ਾਮਪਲ ਅਗਰ ਕਿਸੇ ਬੰਦੇ ਨੂੰ ਅਪਰਾਧ ਤੋਂ ਪਹਿਲਾਂ ਹੀ ਫੜ ਲਿਆ ਗਿਆ, ਤਾਂ ਉਹਦੇ 'ਚ ਕੀ ਉਹਦੇ ਫੰਡਾਮੈਂਟਲ ਰਾਈਟਸ ਬਣਦੇ ਨੇ ਉਸ ਪਰਸਨ ਦੇ ਜਿਹਨੂੰ ਫੜਿਆ ਗਿਆ ਹੈਗਾ। ਦੇਖੋ ਪਹਿਲੀ ਗੱਲ ਤਾਂ ਕੀ ਹੈਗਾ, ਉਹਨੂੰ ਕਾਰਨ ਦੱਸਣਾ ਪਊਗਾ। ਹਾਂ, ਆਪਾਂ ਕਹਿ ਸਕਦੇ ਹਾਂ ਕਿ ਵੀ ਉਹਨੂੰ ਕਾਰਨ ਦੱਸਣਾ ਪਊਗਾ, ਕਿਸ ਚੀਜ਼ ਦਾ ਕਾਰਨ ਦੱਸਣਾ ਪਊਗਾ ਉਸਨੂੰ ਫੜਨ ਦਾ, ਵੀ ਕੀ ਤੈਨੂੰ ਕਿਉਂ ਫੜ ਰਹੇ ਅਸੀਂ, ਠੀਕ ਹੈ, ਕਾਰਨ ਦੱਸਣਾ ਪਊਗਾ। ਸੈਕੰਡਲੀ ਗੱਲ ਉਹਨੂੰ ਕੀ ਹੈ 24 ਘੰਟਿਆਂ ਦੇ ਅੰਦਰ ਅੰਦਰ ਉਸ ਪਰਸਨ ਨੂੰ 24 ਘੰਟਿਆਂ ਦੇ ਵਿੱਚ 24 ਔਰ ਦੇ ਵਿੱਚ ਕੀ ਹੈ ਉਹਨੂੰ ਮੈਜਿਸਟ੍ਰੇਟ ਦੇ ਕੋਲੇ ਉਹਦੀ ਪੇਸ਼ੀ ਕੀਤੀ ਜਾਊਗੀ। ਮੈਜਿਸਟ੍ਰੇਟ ਦੇ ਕੋਲੇ ਉਹਦੀ ਪੇਸ਼ੀ ਕੀਤੀ ਜਾਊਗੀ। ਹੁਣ ਇਹਦੇ ਵਿੱਚ ਕੀ ਹੈਗਾ ਕਿ ਇਹ ਜਿਹੜਾ ਆਉਣ ਜਾਣ ਦਾ ਸਮਾਂ ਮਤਲਬ ਮਾਈਨਸ ਕੀਤਾ ਜਾਂਦਾ। ਮੰਨ ਲਓ ਜੇ ਮੰਨ ਲਓ ਕੋਈ ਅਪਰਾਧੀ ਯੂਪੀ ਵਗੈਰਾ ਜਾਂ ਕਿਸੇ ਹੋਰ ਜਗ੍ਹਾ ਤੋਂ ਫੜਿਆ ਗਿਆ, ਪੰਜਾਬ ਦੇ ਵਿੱਚ ਲੈ ਕੇ ਆਉਣਾ, ਉਹਦਾ ਆਉਣ ਜਾਣ ਦਾ ਸਮਾਂ ਮਾਈਨਸ ਕੀਤਾ ਜਾਊਗਾ। ਫਿਰ 24 ਘੰਟੇ ਤੋਂ ਪਹਿਲਾਂ ਪੇਸ਼ੀ ਹੋਣੀ ਚਾਹੀਦੀ ਹੈ ਮੈਜਿਸਟ੍ਰੇਟ ਦੇ ਕੋਲੇ। ਥਰਡ ਗੱਲ ਇਹਦੇ ਵਿੱਚ ਪਹਿਲੀ ਗੱਲ ਤਾਂ ਕੀ ਹੈ ਉਹਦਾ ਕਾਰਨ ਦੱਸਣਾ ਪਊਗਾ, ਦੂਜੀ ਗੱਲ ਮੈਜਿਸਟ੍ਰੇਟ ਕੋਲੇ, ਤੀਜੀ ਗੱਲ ਕੀ ਹੈ ਉਹਦੇ ਕੋਲੇ ਕੀ ਹੈਗਾ ਇੱਕ ਰਾਈਟ ਹੋਊਗਾ ਉਹਦੇ ਕੋਲੇ ਆਪਣੀ ਮਰਜ਼ੀ ਦਾ ਵਕੀਲ ਤੋਂ ਸਲਾਹ ਲੈਣ ਦੀ, ਮਰਜ਼ੀ ਦੇ ਵਕੀਲ ਤੋਂ ਸਲਾਹ ਦਾ ਅਧਿਕਾਰ ਹੈ ਉਸ ਬੰਦੇ ਕੋਲੇ, ਠੀਕ ਹੈ। ਆਪਦਾ ਵਕੀਲ ਕਰ ਸਕਦਾ ਆਪਣੀ ਮਨਮਰਜ਼ੀ ਦਾ, ਠੀਕ ਹੈ। ਸੋ ਇਹ ਚੀਜ਼ ਹੈਗੀ, ਠੀਕ ਹੈ। 24 ਘੰਟੇ ਤੋਂ ਪਹਿਲਾਂ ਉਹਨੂੰ ਪੇਸ਼ੀ ਹੋਊਗੀ, ਕਾਰਨ ਦੱਸਣਾ ਪਊਗਾ ਤੇ ਮਰਜ਼ੀ ਨਾਲ ਵਕੀਲ ਕਰਨ ਦਾ ਅਧਿਕਾਰ ਹੈਗਾ, ਠੀਕ ਹੈ ਜੀ। ਸੋ ਇਹ ਸੀਗੀ ਆਪਣੇ ਕੋਲੇ 22 ਆਰਟੀਕਲ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਕਰਦੇ ਹਾਂ ਤੀਸਰਾ ਕੀ ਹੈਗਾ ਆਪਣੇ ਕੋਲੇ ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਠੀਕ ਹੈ। ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਇਹਦੇ ਵਿੱਚ ਆ ਜਾਂਦੇ ਨੇਗੇ 23 ਤੇ 24 ਆਰਟੀਕਲ। ਇਹਦੇ ਵਿੱਚ 2 ਆਰਟੀਕਲ ਹੀ ਆਉਂਦੇ ਨੇਗੇ। ਸੋ 23 ਆਰਟੀਕਲ ਕੀ ਕਹਿੰਦਾ ਗਾ, ਠੀਕ ਹੈ। 23 ਆਰਟੀਕਲ ਗੱਲ ਕਰਦਾ ਕਿਸੇ ਸ਼ੋਸ਼ਣ ਦੀ, ਠੀਕ ਹੈ। ਉਹ ਐਗਜ਼ਾਮਪਲ ਕਿਸੇ ਬੰਦੇ ਦਾ ਸ਼ੋਸ਼ਣ ਕਰਨਾ, ਠੀਕ ਹੈ, ਕੋਈ ਮਤਲਬ ਉਹਨੂੰ ਬਲੈਕਮੇਲ ਕਰਨਾ, ਇਦਾਂ ਦਾ ਕੋਈ ਸ਼ੋਸ਼ਣ ਕਰਨਾ ਉਸ ਬੰਦੇ ਨਾਲ ਕੀ ਹੈ ਉਹ ਗਲਤ ਆ, ਠੀਕ ਹੈ। ਕਿਉਂਕਿ ਸ਼ੋਸ਼ਣ ਕਰਨਾ ਗਲਤ ਚੀਜ਼ ਹੈ ਤੇ ਕੀ ਹੈ ਉਹ
ਐਕਟ ਦੇ ਅਧੀਨ ਹੈਗਾ ਤਾਂ ਆਪਾਂ ਕਹਿ ਸਕਦੇ ਕਿ ਕੀ ਆ ਉਹਨੂੰ ਕੀ ਹੈ ਸਜ਼ਾ ਹੋ ਸਕਦੀ ਹੈ ਜਿਹੜਾ ਬੰਦੇ ਨੇ ਕੀਤਾ ਗਾ। ਠੀਕ ਹੈ, ਤਾਂ ਇਹ ਚੀਜ਼ ਸੀ ਇਹਦੇ 23 ਆਰਟੀਕਲ ਦੇ ਵਿੱਚ। 24 ਆਰਟੀਕਲ ਦੇ ਵਿੱਚ ਕੀ ਹੈਗਾ ਕਿ 14 ਸਾਲ ਤੋਂ ਘੱਟ ਦੇ ਬੱਚੇ, 14 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਤੋਂ, ਠੀਕ ਹੈ, ਕੋਈ ਵੀ ਐਵੇਂ ਦਾ ਕੰਮ ਆ, ਠੀਕ ਹੈ, ਜਿਵੇਂ ਕਾਰਖਾਨੇ ਨੇ ਵਿੱਚ ਕੰਮ ਨਹੀਂ ਕਰਵਾਇਆ ਜਾਏਗਾ। ਕਿਵੇਂ ਨਹੀਂ ਕਰਵਾਇਆ ਜਾਏਗਾ? ਦੇਖੋ ਜੀ, ਮੰਨ ਲਓ ਕਿ ਇਹ ਕਿਸੇ ਬੱਚੇ ਦੀ ਉਮਰ 10-12 ਸਾਲ ਦੀ ਹੈ, ਤਾਂ ਉਹਦੇ ਤੋਂ ਕੀ ਹੈਗਾ ਕੋਈ ਐਵੇਂ ਦਾ ਕਾਰਖਾਨੇ ਜਾਂ ਇੰਡਸਟਰੀ 'ਚ ਕੰਮ ਨਹੀਂ ਕਰਵਾਇਆ ਜਾਊਗਾ ਜਿੱਥੇ ਕੀ ਹੈ ਉਹਨੂੰ ਉਹਦੀ ਜਾਨ ਦੀ ਹਾਨੀ ਆ। ਠੀਕ ਹੈ, ਤਾਂ ਉਹ ਇੰਪਲੀਮੈਂਟ ਕੀਤਾ ਗਿਆ। ਕਈ ਵਾਰੀ ਕੀ ਹੈਗਾ ਬੱਚੇ ਨੂੰ ਕੀ ਹੈਗਾ ਉਹਦੇ ਪੇਰੈਂਟਸ ਜਾਂ ਕੋਈ ਹੋਰ ਰਿਸ਼ਤੇਦਾਰ ਇਹੋ ਜਿਹੇ ਕਾਰਖਾਨਿਆਂ 'ਚ ਭੇਜਦੇ ਜਿੱਥੇ ਕਿ ਉਹਨਾਂ ਦੀ ਡਰ ਰਹਿੰਦਾ ਗਾ ਕੋਈ ਅੰਗ ਪੈਰ ਦਾ, ਜਾਂ ਉਹਦੀ ਆਈਜ਼ ਨੂੰ ਇੰਪੈਕਟ ਪੈਂਦਾ ਗਾ, ਉਹਦੀ ਬਾਡੀ ਨੂੰ। ਠੀਕ ਹੈ, ਤਾਂ ਉਹ ਕੀ ਹੈਗਾ ਸਰਾਸਰ ਕੀ ਹੈਗਾ ਗਲਤ ਹੈਗਾ। ਸਰਕਾਰ ਨੇ ਕੀ ਇਸ 'ਤੇ ਪਾਬੰਦੀ ਲਗਾਈ ਹੋਈ ਹੈਗੀ। ਠੀਕ ਹੈ, ਤਾਂ ਉਹ ਕੀ ਹੈਗਾ ਅਗਰ ਬੱਚਾ ਪਾਇਆ ਜਾਂਦਾ ਗਾ ਤਾਂ ਉਹਦੇ ਪੇਰੈਂਟਸ ਪਲੱਸ ਉਹ ਬੱਚਾ, ਠੀਕ ਹੈ, ਤਾਂ ਉਹਦੇ ਖਿਲਾਫ ਕੀ ਇੱਕ ਐਕਸ਼ਨ ਲਿਆ ਜਾਊਗਾ। ਠੀਕ ਹੈ ਜੀ, ਸੋ ਇਹ ਸੀਗੀ ਆਪਣੇ ਕੋਲੇ 24 ਤੱਕ ਆਰਟੀਕਲਸ। ਠੀਕ ਹੈ ਜੀ, ਸੋ ਦੇਖੋ ਆਪਾਂ ਕੀ ਹੈਗਾ ਅੱਜ ਜ਼ਿਆਦਾ ਲੰਮੀ ਕਲਾਸ ਨਾ ਹੋਵੇ ਇਸੇ ਕਰਕੇ ਕੀ ਹੈਗਾ ਆਪਾਂ 24 ਤੱਕ ਹੀ ਕੀਤੇ ਨੇਗੇ। ਬਾਕੀ ਦੇ ਜਿਹੜੇ ਆਰਟੀਕਲਸ ਨੇਗੇ, ਠੀਕ ਹੈ, ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਠੀਕ ਹੈ ਜੀ, ਤੇ ਲਾਈਕ ਕਮੈਂਟ ਕਰਿਓ, ਠੀਕ ਹੈ, ਸ਼ੇਅਰ ਕਰਿਓ ਆਪਣੀ ਕਲਾਸ ਨੂੰ। ਠੀਕ ਹੈ, ਤੇ ਜੇ ਕੋਈ ਮਤਲਬ ਕੋਈ ਪ੍ਰੋਬਲਮ ਲੱਗੀ ਤਾਂ ਤੁਸੀਂ ਕੀ ਹੈਗਾ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਵੀ ਕਲਾਸ ਕਿਵੇਂ ਦੀ ਲੱਗੀ। ਠੀਕ ਹੈ ਜੀ, ਬਾਕੀ ਆਪਾਂ ਕਰਦੇ ਹਾਂ ਨੈਕਸਟ ਕਲਾਸ ਦੇ ਵਿੱਚ। ਠੀਕ ਹੈ ਜੀ, ਓਕੇ, ਬਾਏ ਬਾਏ।